ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਤੇ ਨਵੇਂ ਵੀਕ ਚ ਕਰਦੇ ਹਾਂ ਜੀ ਨਿੱਘਾ ਸਵਾਗਤ। ਆਪਾਂ ਹੰਢਾ ਰਹੇ ਹਾਂ ਇਸ ਵੇਲੇ ਸਾਲ ਦੇ ਜਿਹੜੇ ਸਭ ਤੋਂ ਲੰਬੇ ਦਿਨ ਹੁੰਦੇ ਆ ਤੇ ਆਪਾਂ ਬੜੇ ਭਾਗੇ ਆ। ਇੱਥੇ ਤੁਹਾਨੂੰ ਪਤਾ ਵੀ GTA ਦੇ ਵਿੱਚ ਜੀ ਸਾਡੇ ਕੋਈ 15 ਘੰਟਿਆਂ ਦਾ ਦਿਨ ਆ ਜਿਹੜਾ ਜੀ ਵੀ ਆਪਾਂ ਨੂੰ ਮਾਨਣ ਦਾ ਮੌਕਾ ਮਿਲਦਾ ਤੇ ਕੁੱਲ ਮਿਲਾ ਕੇ ਕੱਲ ਨੂੰ ਜਿਹੜਾ ਫਿਰ ਜੀ ਇਹ 2020 ਦਾ ਸਭ ਤੋਂ ਲੰਬਾ ਦਿਨ ਹੋਏਗਾ, ਜਿਹਦੀ ਚਰਚਾ ਪਿਛਲੇ ਦਿਨ ਆਪਾਂ ਕਰਦੇ ਆ ਰਹੇ ਸੀ। ਜੀ ਬਿਲਕੁਲ ਜੀ। ਸੋ ਲੈਟਸ ਹੋਪ ਫॉर द ਬੈਸਟ ਐਂਡ ਇਸ ਜਿੰਨਾ ਵੀ ਟਾਈਮ ਦਾ ਇਹਦਾ ਫਾਇਦਾ ਉਠਾਉਣਾ ਚਾਹੀਦਾ ਵੀ, ਬਿਕਾਜ਼ ਇਹ 3-4 ਦਿਨ ਹੀ ਹੁੰਦੇ ਸਾਡੇ ਕੋਲ ਗਰਮੀਆਂ ਤੇ ਉਸ ਤੋਂ ਬਾਅਦ ਫਿਰ ਬੈਕ ਟੂ ਨੋਰਮਲ ਜੋ ਕੈਨੇਡਾ ਇਜ਼ ਨੋਨ ਫॉर द ਕੋਲਡ ਵੈਦਰ। ਸੋ ਆਓ ਫਿਰ ਹੁਣ ਗੱਲਾਂ ਬਾਤਾਂ ਕਰੀਏ ਕੁਛ ਚੋਣਵੀਆਂ ਲੋਕਲ ਨਿਊਜ਼ ਦੇ ਬਾਰੇ। ਤੁਸੀਂ ਵੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤੁਸੀਂ 905-813-1320 9058131320। ਏਅਰ ਕੈਨੇਡਾ ਫਾਈਨਲ ਅਪਰੂਵਲਸ ਲੈ ਰਹੇ ਨੇ ਸਰਕਾਰ ਤੋਂ, ਜੋ ਇੰਡੀਆ ਤੋਂ ਡੇਲੀ ਫਲਾਈਟਸ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ, ਬਟ ਇਹ ਡਾਇਰੈਕਟ ਨਹੀਂ ਹੋਣਗੀਆਂ, ਇਹ ਵਾਇਆ ਲੰਡਨ ਤੋਂ ਹੋਣਗੀਆਂ ਜੀ। ਟੋਰਾਂਟੋ ਟੂ ਮੁੰਬਈ ਵਾਇਆ ਲੰਡਨ। ਯਸ ਅਰਸ਼, ਦੇਖੋ ਵੀ ਏਅਰ ਕੈਨੇਡਾ ਤੁਹਾਨੂੰ ਪਤਾ ਵੀ ਇੰਡੀਆ ਦਾ ਸੈਕਟਰ ਉਹਨਾਂ ਵਾਸਤੇ ਕੁੱਲ ਮਿਲਾ ਕੇ ਵੈਸੇ ਸਾਰਾ ਏਸ਼ੀਆ ਹੀ, ਤੁਹਾਨੂੰ ਪਤਾ ਜਾਪਾਨ ਨੂੰ ਵੀ ਸਿੱਧੀਆਂ ਫਲਾਈਟਾਂ, ਉਧਰ ਕੋਰੀਆ ਨੂੰ ਵੀ, ਹਾਂਗਕਾਂਗ ਨੂੰ ਵੀ, ਇੱਧਰ ਫਿਰ ਥਾਈਲੈਂਡ ਨੂੰ ਵੀ ਸੀਜ਼ਨਲ ਫਲਾਈਟਸ ਆ ਜਿਹੜੀਆਂ ਸ਼ੁਰੂ ਕੀਤੀਆਂ ਜਾਂਦੀਆਂ ਤੇ ਹੁਣ ਇਹ ਵੈਨਕੂਵਰ ਤੋਂ ਫਲਾਈਟ ਜਿਹੜੀ ਆ ਵੀ ਸ਼ੁਰੂ ਕੀਤੀ ਜਾਣੀ ਆ ਬੈਂਕਾਕ ਨੂੰ। ਪਰ ਉਹਦੇ ਨਾਲ ਹੀ ਹੁਣ ਜਿਹੜੀ ਐਕਟੀਵਿਟੀ ਆ ਤੁਹਾਨੂੰ ਪਤਾ ਵੀ ਬੈਕ ਟੂ ਨੋਰਮਲ ਸਭ ਮਰਜ ਹੋ ਰਿਹਾ ਜਦੋਂ ਤੋਂ ਕੋਵਿਡ ਖਾਸ ਤੌਰ ਤੇ ਇਹ ਏਅਰ ਕੈਨੇਡਾ ਜੀ ਵੀ ਆਪਣਾ ਬਿਜ਼ਨਸ ਆ ਜਿਹੜਾ ਦੁਬਾਰਾ ਰਿਵਾਈਵ ਕਰ ਰਹੇ ਨੇ। ਉਹਦੇ ਤਹਿਤ ਹੀ ਜਿਹੜੀ ਇਹ ਟੋਰੰਟੋ ਟੂ ਮੁੰਬਈ ਫਲਾਈਟ ਸੀਗੀ ਵੀ ਕੋਵਿਡ ਕਰਕੇ ਬੰਦ ਹੋਈ, ਦਿੱਲੀ ਵਾਲੀ ਤੇ ਬਾਅਦ ਦੇ ਵਿੱਚ ਚੱਲਦੀ ਪਈ ਆ। ਤੁਹਾਨੂੰ ਪਤਾ ਵੀ ਹੁਣ ਦਿੱਲੀ ਵਾਲੀਆਂ ਫਲਾਈਟਸ ਤੇ ਇਨ ਬਿਟਵੀਨ ਵਧਾ ਵੀ ਦਿੱਤੀਆਂ ਗਈਆਂ। ਡੇਲੀ ਫਲਾਈਟ ਦੇ ਨਾਲ 4 ਵਾਰੀ ਹਫ਼ਤੇ 'ਚ, ਜਾਣੀ ਕਿ ਦੂਸਰੀ ਫਲਾਈਟ ਵੀ ਟੋਰੰਟੋ ਤੇ ਚੱਲਦੀ ਆ। ਸੋ ਹਫ਼ਤੇ 'ਚ 4 ਵਾਰੀ 2 ਫਲਾਈਟਾਂ ਡੇਲੀ ਜਿਹੜੀਆਂ ਉਹ ਦਿੱਲੀ ਨੂੰ ਜਾ ਰਹੀਆਂ ਟੋਰੰਟੋ ਤੋਂ। ਇੱਦਾਂ ਹੀ ਮੌਂਟਰੀਅਲ ਤੋਂ ਵੀ ਫਲਾਈਟਸ ਜਿਹੜੀਆਂ ਸਿੱਧੀਆਂ ਦਿੱਲੀ ਨੂੰ ਜਾ ਰਹੀਆਂ ਤੇ ਵੈਨਕੂਵਰ ਤੋਂ ਵੀ ਜਾ ਰਹੀਆਂ। ਤੇ ਉਹਦੇ ਨਾਲ ਹੁਣ ਐਡ ਹੋਏਗਾ ਸੈਕਟਰ ਜਿਹੜਾ ਜੀ ਮੁੰਬਈ ਦਾ। ਮੁੰਬਈ ਦੀ ਜਿਹੜੀ ਫਲਾਈਟ ਉਹ ਸਿੱਧੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਨਹੀਂ ਹੁਣ ਉਹ ਰਿਜ਼ਿਊਮ ਕੀਤੀ ਜਾ ਰਹੀ ਵੀ ਉਹਨੂੰ ਵਾਇਆ ਲੰਡਨ ਆ ਜਿਹੜਾ ਜੀ ਵੀ ਉਹ ਚਲਾਉਣ ਦਾ ਪ੍ਰੋਗਰਾਮ ਏਅਰ ਕੈਨੇਡਾ ਨੇ ਬਕਾਇਦਾ ਤੌਰ ਤੇ ਬਣਾ ਕੇ ਤੇ ਫਿਰ ਆਪਾਂ ਜਿਸ ਤਰ੍ਹਾਂ ਗੱਲ ਕਰਦੇ ਹੀ ਹੁੰਦੇ ਆ ਪ੍ਰੋਗਰਾਮਾਂ ਦੇ ਵਿੱਚ ਕਿ ਏਅਰਲਾਈਨ ਬਿਜ਼ਨਸ ਜਿਹੜਾ ਜੀ ਵੀ ਇੱਥੇ ਸਾਡੇ ਮੁਲਕ ਦੇ ਵਿੱਚ ਪ੍ਰਾਈਵੇਟ ਬਿਜ਼ਨਸ ਆ ਤੇ ਜਿਹੜੇ ਵੀ ਪ੍ਰਾਈਵੇਟ ਬਿਜ਼ਨਸ ਨੇ ਏਅਰਲਾਈਨ ਨੇ ਕਿਸੇ ਵੀ ਰੂਟ ਤੇ ਜਾਣਾ ਤੇ ਉਹ ਸਰਕਾਰਾਂ ਕੋਲੋਂ ਪਰਮਿਸ਼ਨ ਆਪ ਲੈਂਦੇ ਨੇ, ਆਪ ਹੀ ਉਹ ਫਾਈਂਡ ਆਊਟ ਕਰਦੇ ਨੇ ਵੀ ਉਹਨਾਂ ਵਾਸਤੇ ਕਿਹੜਾ ਰੂਟ ਜਿਹੜਾ ਉਹ ਪ੍ਰੋਫਿਟੇਬਲ ਰਹੇਗਾ, ਕਿਉਂਕਿ ਹਰ ਬਿਜ਼ਨਸ ਦੇ ਜੋ ਓਪਰੇਟਰਸ ਆ ਜਿਹੜੇ ਜੀ ਵੀ ਉਹ ਪ੍ਰੋਫਿਟ ਵਾਸਤੇ ਕਰਦੇ ਨੇ ਤੇ ਜਿਹੜਾ ਰੂਟ ਉਹਨਾਂ ਨੂੰ ਲੱਗਦਾ ਜੀ ਕਿ ਉਹਨਾਂ ਵਾਸਤੇ ਪ੍ਰੋਫਿਟੇਬਲ ਰਹੇਗਾ ਤੇ ਉਹਦੀਆਂ ਫਿਰ ਉਹ ਅਪਰੂਵਲਸ ਵੀ ਆਪੇ ਹੀ ਗਵਰਨਮੈਂਟ ਕੋਲੋਂ ਲੈ ਲਿਆ ਕਰਦੇ ਆ। ਉਹਦੇ ਵਿੱਚ ਜਾਣੀ ਕਿ ਵੀ ਅਕਸਰ ਕਿਸੇ ਨੂੰ ਹੋਰ ਨੂੰ ਦਖਲ ਦੇਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜਿਹੜੇ ਵਪਾਰੀ ਨੇ ਏਅਰਲਾਈਨ 'ਚ ਚਲਾਉਂਦੇ ਨੇ ਬੜੀ ਉਹ ਬਾਜ਼ ਅੱਖ ਰੱਖਦੇ ਹਰ ਰੂਟ ਦੇ ਉੱਤੇ ਵੀ ਕਿਹੜਾ ਰੂਟ ਜਿਹੜਾ ਉਹਨਾਂ ਦੇ ਲਈ ਚਲਾਉਣਾ ਫਾਇਦੇਮੰਦ ਆ। ਇਸੇ ਤਰ੍ਹਾਂ ਹੀ ਫਿਰ ਮੁੰਬਈ ਰੂਟ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਤੇ ਉਹਨਾਂ ਨੇ ਹੁਣ ਆਪੇ ਹੀ ਜਾਣੀ ਗਵਰਨਮੈਂਟ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ। ਉਹਨਾਂ ਨੇ ਕੈਨੇਡਾ ਗਵਰਨਮੈਂਟ ਕੋਲ ਵੀ ਆਪੇ ਹੀ ਪਹੁੰਚ ਕੀਤੀ ਆ, ਉਹਨਾਂ ਨੇ ਇੰਡੀਆ ਦੀ ਗਵਰਨਮੈਂਟ ਕੋਲ ਵੀ ਆਪੇ ਹੀ ਪਹੁੰਚ ਕੀਤੀ ਆ ਵੀ ਇਹ ਜਿਹੜਾ ਰੂਟ ਆ ਅਸੀਂ ਟੋਰੰਟੋ ਤੋਂ ਸਰਵ ਕਰਨਾ ਚਾਹੁੰਦੇ ਹਾਂ ਮੁੰਬਈ, ਤੇ ਇਹਦੀਆਂ ਜਿਹੜੀਆਂ ਅਪਰੂਵਲਸ ਨੇ ਉਹ ਦਿੱਤੀਆਂ ਜਾਣ। ਸੋ ਉਹ ਅਪਰੂਵਲ ਜਿਹੜੀਆਂ ਜਿਵੇਂ ਗ੍ਰਾਂਟ ਹੁੰਦੀਆਂ ਤੇ ਗਾਂ ਅੱਗੇ ਚੱਲ ਕੇ ਆਪਾਂ ਦੇਖਾਂਗੇ ਕਿ ਜਿਹੜੀ ਟੋਰੰਟੋ ਤੋਂ ਮੁੰਬਈ ਨੂੰ ਵਾਇਆ ਲੰਡਨ ਫਲਾਈਟ ਇਹ ਸ਼ੁਰੂ ਹੋ ਜਾਏਗੀ ਜੀ। ਜੋਲ ਸਾਹਿਬ, ਇਲੈਕਸ਼ਨਸ ਆ ਰਹੇ ਨੇ ਜੀ ਆਪਣੇ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ, ਤੇ ਹੁਣ ਕੁੰਡੀਆਂ ਦੇ ਸਿੰਘ ਥਾਂ ਫਸ ਰਹੇ ਨੇ ਜੀ। ਪਹਿਲਾਂ ਆਪਾਂ ਸਿਟੀ ਕਾਉਂਸਲਰਸ ਦੇ ਬਾਰੇ ਗੱਲਬਾਤ ਕਰੀਏ ਜੋ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਹੋ ਰਿਹਾ ਜੀ। ਇਹ ਵੈਸੇ ਅਰਸ਼ ਵੀ ਕਹਿੰਦੇ ਵੀ ਜਿੱਥੇ ਧੂੰਆਂ ਆ ਉੱਥੇ ਅੱਗ ਵੀ ਹੋਊਗੀ ਤੇ ਇਹ ਅੱਗ ਜਾਣੀ ਸਿਟੀ ਕਾਉਂਸਲਰਾਂ ਦੀ, ਮੇਅਰਾਂ ਦੀ ਇਹ ਫੋਟੇ ਆ ਜਿਹੜੀ ਵੀ ਕਦੀ ਬੁਝ ਗਈ ਹੋਵੇ, ਇਹ ਕਿਸੇ ਨੂੰ ਕੋਈ ਬਰੈਂਪਟਨ ਦੇ ਰੈਜ਼ੀਡੈਂਟ ਨੂੰ ਯਾਦ ਹੋਵੇ ਤੇ ਦੱਸਿਆ ਜਾ ਸਕਦਾ ਵੀ ਹਰ ਇਲੈਕਸ਼ਨ ਦੇ ਵਿੱਚ ਇਹੀ ਹੁੰਦਾ ਵੀ ਗਾਂ ਹੁਣ ਮਿਲ ਜੁਲ ਕੇ ਕੰਮ ਕਰਾਂਗੇ ਜੀ, ਵਧੀਆ ਕੰਮ ਕਰਾਂਗੇ ਜੀ, ਸਾਨੂੰ ਬਹੁਤ ਮੁੱਦਿਆਂ ਦੀ ਸਮਝ ਆਦੀ ਉੱਥੇ ਜਾ ਕੇ ਕਮਾਲਾਂ ਹੋ ਜਾਣਗੀਆਂ। ਪਰ ਕਮਾਲਾਂ ਜਿੰਨੀਆਂ ਕੁ ਹੁੰਦੀਆਂ ਉਹ ਤਾਂ ਭੈਣ ਭਰਾਵਾਂ ਦੇ ਸਾਹਮਣੇ ਹੀ ਆ। ਤੇ ਦੂਸਰਾ ਲੇਕਿਨ ਕਿ ਵੀ ਇਹ ਜਿਹੜਾ ਹਰ ਇਲੈਕਸ਼ਨ ਤੋਂ ਬਾਅਦ ਇੱਕ ਕੰਮ ਹੁੰਦਾ ਹੋਰ ਕੋਈ ਹੋਵੇ ਤੇ ਭਾਵੇਂ ਨਾ, ਉਹ ਇਹ ਆ ਵੀ ਜਾ ਕੇ ਫੇਰ ਜਾਣੀ ਆਪਣਾ ਜਿਹੜਾ ਗਰੁੱਪ ਆ ਉੱਦਾਂ ਹੀ ਕਾਇਮ ਕਰ ਲਿਆ ਜਾਂਦਾ। ਇਹ ਕਾਉਂਸਲਰ, ਇੱਕ ਜਿਹੜਾ ਗਰੁੱਪ ਆ ਉਹ ਕਾਉਂਸਲਰਸ ਦਾ ਬਣ ਜਾਂਦਾ, ਇੱਕ ਜਿਹੜਾ ਗਰੁੱਪ ਆ ਉਹ ਮੇਅਰ ਦੇ ਨਾਲ ਕੁਝ ਕਾਉਂਸਲਰਸ ਹੁੰਦੇ ਆ
ਤੇ ਇਦਾਂ ਹੀ ਜਾਣੀ ਵੀ ਇਹ ਸਾਰੀ ਟਰਮ ਦੇ ਮੁਤਾਬਕ ਦੇ ਦੌਰਾਨ ਜਾਣੀ ਕਿਸੇ ਨਾ ਕਿਸੇ ਤਰ੍ਹਾਂ ਇਹ ਸੁਲਗਦੀ ਰਹਿੰਦੀ ਆ ਅੱਗ, ਹਨਾ ਜੀ। ਜੀ ਕਦੀ ਕਦੀ ਜਾਣੀ ਫਿਰ ਉਹ ਭਾਂਬੜ ਬਣ ਜਾਂਦੀ ਆ ਵਿੱਚ, ਤੇ ਹੁਣ ਅੱਜ ਕੱਲ੍ਹ ਦੁਬਾਰਾ ਇਹ ਭਾਂਬੜ ਬਣੀ ਹੋਈ ਲੱਗ ਰਹੀ ਆ, ਜਿੱਦਾਂ ਇਹ ਚਿੱਠੀਆਂ ਇੱਧਰ ਉੱਧਰ ਆਪਣੀ ਬਿਆਨੀ ਹਰੀ ਆ, ਮੇਅਰ ਦੇ ਧੜੇ ਵੱਲੋਂ ਵੱਖ, ਦੂਜੇ ਕੌਂਸਲਰਾਂ ਦੇ ਧੜੇ ਦੇ ਵੱਲੋਂ ਵੱਖ, ਤੇ ਵਾ ਵੀ ਅਸੀਂ ਬਿਲਕੁਲ ਠੀਕ ਠਾਕ ਆ, ਤੇ ਵੀ ਜਿਹੜੇ ਦੂਸਰੇ ਧੜੇ ਵਾਲੇ ਆ ਵੀ ਉਹ ਕੰਮ ਨਹੀਂ ਚੱਲਣ ਦੇ ਰਹੇ। ਕੁੱਲ ਮਿਲਾ ਕੇ ਲੇਕਿਨ ਕਿ ਇਹ ਆ ਜੀ ਫਿਰ ਇਹ ਡੈਮੋਕ੍ਰੇਸੀ ਦੇ ਵਿੱਚ ਫੈਸਲਾ ਤੇ ਟੈਕਸ ਪੇਅਰਸ ਦੇ ਹੱਥ ਦੇ ਵਿੱਚ ਹੀ ਹੁੰਦਾ, ਕਿਉਂਕਿ ਤਨਖਾਹਾਂ ਮੇਅਰ ਹੋਵੇ, ਉਹਨਾਂ ਦਾ ਸਟਾਫ ਹੋਵੇ, ਜਾਂ ਫਿਰ ਸਿਟੀ ਕੌਂਸਲਰ, ਰੀਜਨਲ ਕੌਂਸਲਰਸ ਹੋਣ, ਵੀ ਇਹ ਟੈਕਸ ਪੇਅਰ ਜਿਹੜਾ ਐਵਰੀ ਮੰਥ ਟੈਕਸ ਪੇ ਕਰਦੇ ਲੋਕ, ਵੀ ਉਹਦੇ ਵਿੱਚੋਂ ਇਹ ਤਨਖਾਹਾਂ ਇਹਨਾਂ ਲੋਕਾਂ ਨੂੰ ਜਾਂਦੀਆਂ। ਪਰ ਜੇ ਵੀ ਉਹ ਤਨਖਾਹਾਂ ਲੈ ਕੇ ਜਾਣੀ ਕਿ ਵੀ ਆਪਾਂ ਫਿਰ ਹੋਰ ਭੱਜੇ ਫਿਰ ਰਹੇ ਕਿਤੇ ਕੰਟਰੀ ਵਾਈਡ ਹੋਰ ਕੋਈ ਅਹੁਦਾ ਪ੍ਰਾਪਤ ਕਰਨ ਦੇ ਲਈ, ਜਾਂ ਫਿਰ ਅਦਰਵਾਈਜ਼ ਜਾਣੀ ਕਿ ਵੀ ਸਿਟੀ ਦਾ ਬਿਜ਼ਨਸ ਆ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਫੁੱਟ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪ੍ਰੋਸੀਡ ਹੋਣ ਦੇ ਵਿੱਚ ਰੁਕਾਵਟਾਂ ਹੋਣ ਤੇ ਪਤਾ ਲੱਗ ਰਿਹਾ ਵੀ ਮੀਟਿੰਗ ਹੀ ਨਹੀਂ ਕਰ ਪਾ ਰਹੇ ਆ, ਹਨਾ ਜੀ। ਸੋ ਇਹ ਅੱਜ ਵੀ ਸਿਚੁਏਸ਼ਨ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਸ ਤਰ੍ਹਾਂ ਇਹ ਬਣੀ ਹੋਈ ਆ, ਵੀ ਲੱਗ ਰਿਹਾ ਦੋਨਾਂ ਧੜਿਆਂ ਦਾ ਜ਼ੋਰ ਲੱਗਾ ਹੋਇਆ ਵੀ ਜਿਹੜਾ ਇਹ ਵਾਰਡ 7 ਤੇ 8 ਦੇ ਵਿੱਚੋਂ ਕੌਂਸਲਰ ਸ਼ਰਮਾਈਨ ਵਿਲੀਅਮ ਜਿਹੜੇ ਆ ਉਹਨਾਂ ਨੇ ਕੁਇਟ ਕੀਤਾ ਕਿਉਂਕਿ MPP ਚੁਣੇ ਗਏ ਆ ਜੀ, ਉਹਨਾਂ ਦੀ ਜਗ੍ਹਾ ਤੇ ਵੀ ਅਸੀਂ ਆਪਣੇ ਪਸੰਦ ਦਾ ਕੋਈ ਕੌਂਸਲਰ ਜਿਹੜਾ ਅਪੁਆਇੰਟ ਕਰ ਲਈਏ, ਕਿਉਂਕਿ ਹੁਣ ਦੋਨੇ ਪਾਸੇ 5-5 ਆ, ਤੇ ਜਿੱਧਰ ਜਾਣੀ ਕਿ ਉਹ ਨਵਾਂ ਕੌਂਸਲਰ ਅਪੁਆਇੰਟ ਕੀਤਾ ਹੋਇਆ ਆਊ, ਉਹ ਦੁਬਾਰਾ ਫਿਰ ਆਪਣੀ ਮਨਮਰਜ਼ੀ ਦੇ ਡਿਸੀਜਨ ਆ ਜਿਹੜੇ ਉਹ ਬਣਾਉਣੇ ਉਹਨਾਂ ਦੇ ਹੱਥ ਵਿੱਚ ਆ ਸਕਦਾ। ਉਸ ਲਿਹਾਜ਼ ਨਾਲ ਇਸ ਵੇਲੇ ਇੱਕ ਤੇ ਵੱਡੀ ਜਾਣੀ ਕਿ ਫਾਈਟ ਇਹ ਚੱਲੀ ਹੋਈ ਆ, ਤੇ ਦੂਸਰਾ ਇਹ ਆ ਜੀ ਵੀ ਇਲੈਕਸ਼ਨ ਨੂੰ ਵੀ ਨੇੜੇ ਲੱਗ ਰਿਹਾ ਵੀ ਹੁਣ ਸਾਰੇ ਜਿਹੜੇ ਆ ਫੂਕ ਕੇ ਕਦਮ ਵੀ ਰੱਖੇ ਜਾ ਰਹੇ ਆ। ਇਸੇ ਕਰਕੇ ਸ਼ਾਇਦ ਜਿਹੜੀ ਇਹ ਕਸ਼ੀਦਗੀ ਤੇ ਹੁਣ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਸਿਟੀ ਕੌਂਸਲ ਦੇ ਵਿੱਚ ਇਹ ਧੜਿਆਂ 'ਚ ਵੰਡੇ ਹੋਏ, ਪਰ ਇਸ ਵੇਲੇ ਉਹਨੂੰ ਤੂਲ ਦੋਨਾਂ ਪਾਸਿਆਂ ਤੋਂ ਲੱਗਦਾ ਵੀ ਥੋੜੀ ਜ਼ਿਆਦਾ ਵੀ ਦਿੱਤੀ ਜਾ ਸਕਦੀ ਆ ਵੀ ਇੱਕ ਦੂਜੇ ਨੂੰ ਜਿਹੜਾ ਜੀ ਉਹਦੇ ਵਿੱਚ ਨੀਵਾਂ ਦਿਖਾਇਆ ਜਾ ਸਕੇ। ਸੋ ਇਸ ਫਾਈਟ ਦੇ ਵਿੱਚ ਇਸ ਕਹਿ ਲਓ ਵੀ ਕੌਂਸਲਰ ਤੇ ਮੇਅਰ ਇਹਨਾਂ ਦੀ ਆਪਸੀ ਇਹ ਖਿੱਚੋਤਾਣ ਦੇ ਵਿੱਚ ਸਿਟੀ ਦੇ ਜਿਹੜੇ ਮਸਲੇ ਆ ਵੀ ਉਹ ਕਿੰਨੇ ਕਿਹੇ ਰਿਜ਼ੋਲਵ ਕਰ ਪਾ ਰਹੇ ਆ, ਜਾਂ ਉਧਰ ਇਹਨਾਂ ਦਾ ਧਿਆਨ ਵੀ ਕਿੰਨਾ ਕਿਆ ਤੇ ਆਪਣੀ ਦੌੜ ਤੇ ਆਟੋਵਾ ਤੱਕ ਲੱਗੀ ਹੋਈ ਆ। ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ, ਉਹ ਸਭ ਕੁਝ ਹੁਣ ਲੋਕਾਂ ਦੇ ਸਾਹਮਣੇ ਹੀ ਆ, ਕੋਈ ਕਿਸੇ ਨੂੰ ਕੋਈ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ ਹੈ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਜਿਹੜਾ ਸਿਟੀ ਇੱਕ ਸਾਨੂੰ ਹੱਥਾਂ ਤੇ ਚੁੱਕਦਾ, ਸਾਨੂੰ ਮਾਣ ਤਾਣ ਦਿੰਦਾ, ਸਾਨੂੰ ਇਲੈਕਟ ਕਰਦਾ, ਵੀ ਉਹਨੂੰ ਵਿੱਚ ਹੀ ਛੱਡ ਕੇ ਜੇ ਆਪਾਂ ਹੁਣ ਹੋਰ ਕਿਸੇ ਪਾਸੇ ਵੱਲ ਨੂੰ ਭੱਜ ਪਈਏ, ਸਾਨੂੰ ਜ਼ੀਰੋ ਤੋਂ ਹੀਰੋ ਜਿਹੜਾ ਸਿਟੀ ਬਣਾਉਣ ਵਾਲਾ ਅਸੀਂ ਇਗਨੋਰ ਕਰ ਦਈਏ। ਕੁੱਲ ਮਿਲਾ ਕੇ ਇਹ ਆ ਜੀ ਕਿ ਬਿਆਨਾਂ ਦੇ ਵਿੱਚ ਤੇ ਆਪਾਂ ਸਭ ਕੁਝ ਠੀਕ ਠਾਕ ਹੀ ਹੁੰਨੇ ਆ, ਤਸੱਲੀਆਂ ਕਰਾ ਦਿੰਦੇ ਆ ਲੋਕਾਂ ਦੀਆਂ, ਪਰ ਜਿਹੜਾ ਜੀ ਵੀ ਇਹ 4 ਸਾਲ ਦੀ ਕਾਰਗੁਜ਼ਾਰੀ ਤੇ ਉਸ ਤੋਂ ਪਹਿਲਾਂ ਇਹ ਜਦੋਂ ਵੀ ਸਿਟੀ ਕੌਂਸਲ ਬਣੀ ਆ, ਕਦੋਂ ਉੱਥੇ ਜਾਣੀ ਕਿ ਇਹਨਾਂ ਦੀ ਧੜਿਆਂ ਦੀ ਆਪਸ ਦੇ ਵਿੱਚ ਅੱਗ ਨਹੀਂ ਸੁਲਗੀ ਆ ਬਰੈਂਪਟਨ ਦੇ ਵਿੱਚ। ਇਹ ਜਿਹੜਾ ਜੀ ਵੀ ਹੁਣ ਰੈਜ਼ੀਡੈਂਟ ਜਾਣਨ ਤੇ ਇਹ ਕੈਂਡੀਡੇਟ ਜਾਣਨ ਜਿਹੜੇ ਕਿ ਗਾਂ ਬਣਨਗੇ, ਤੁਹਾਨੂੰ ਪਤਾ ਜੀ ਵੀ ਇਲੈਕਸ਼ਨ ਫਿਰ 24 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਆ ਗਈ ਆ ਜੀ। ਉਹਦੇ ਵਿੱਚ ਫਿਰ ਇਹ ਆ ਜੀ ਵੀ ਵੋਟਰਾਂ ਦੇ ਹੱਥ ਫੈਸਲਾ ਤਾਂ ਕਰਨ ਦੀ ਜਿਹੜੀ ਤਾਕਤ ਆ ਹਰ 4 ਸਾਲ ਬਾਅਦ ਹੁੰਦੀ ਹੈ, ਪਰ ਇਹ ਵੀ ਹੁਣ ਲਾਚਾਰੀ ਜਾਣੀ ਵੋਟਰਾਂ ਤੇ ਰੈਜ਼ੀਡੈਂਟਸ ਦੀ ਪਤਾ ਨਹੀਂ ਕੀ ਆ ਵੀ ਹਰ ਵਾਰ ਉਹੀ ਥੋੜੇ ਬਹੁਤੇ ਹੇਰ-ਫੇਰ ਦੇ ਫਰਕ ਦੇ ਨਾਲ ਉਹੀ ਕੈਂਡੀਡੇਟ ਜਿਹੜੇ ਫਿਰ ਕਾਮਯਾਬ ਹੋ ਜਾਂਦੇ ਆ, ਉਹੀ ਦੁਬਾਰਾ ਜਿੱਤ ਕੇ ਫਿਰ ਉੱਥੇ ਜਾ ਕੇ ਆਪਣਾ ਧੜਾ ਕੰਮ ਬੜਾ ਵਧੀਆ ਕਰ ਲੈਂਦੇ ਹਨਾ। ਸੋ ਵੀ ਇਸ ਲਿਹਾਜ਼ ਨਾਲ ਵੀ ਇਹ ਸਿਟੀ ਜੇ ਕੌਂਸਲਰ ਤੇ ਮੇਅਰ ਇਹ ਸਿਟੀ ਹਾਲ ਦੇ ਵਿੱਚੋਂ ਇਹ ਦੁਸ਼ਮਣੀ ਦੀ ਆਪਸ ਦੀ ਕਸ਼ੀਦਗੀ ਦੀ ਅੱਗ ਨਹੀਂ ਬੁਝਾਉਣ 'ਚ ਸਫਲ ਹੋ ਪਾ ਰਹੇ, ਦੇਖਦੇ ਹਾਂ ਵੀ ਸਿਟੀ ਦੇ ਰੈਜ਼ੀਡੈਂਟ ਫਿਰ ਸਫਲ ਹੁੰਦੇ ਕਿ ਨਹੀਂ। ਦੇਖਦੇ ਹਾਂ ਸਿਟੀ ਦੇ ਰੈਜ਼ੀਡੈਂਟ ਫਿਰ ਇਹ ਆਪਣੀ ਵੋਟ ਪਰਚੀ ਦੇ ਨਾਲ ਬੈਲਟ ਪੇਪਰ ਤੇ ਇਸ ਗੱਲ ਦਾ ਫੈਸਲਾ ਕਰ ਪਾਉਂਦੇ ਕਿ ਨਹੀਂ ਵੀ ਜਿਹੜੀ ਇਹ ਸਿਟੀ ਦੇ ਵਿੱਚੋਂ ਇਹ ਸਫਾਈ ਆ ਉਹ ਕੀਤੀ ਜਾ ਸਕੇ। ਸੋ ਇਹਦੇ ਨਾਲ ਹੀ ਫਿਰ ਜਿਹੜੀ ਜੀ ਵੀ ਸਕੂਲ ਟਰਸਟੀ ਦੀ ਇਲੈਕਸ਼ਨ ਵੀ ਹੋਣੀ ਹੈ ਜੀ। ਪਤਾ ਹੀ ਆਪਣੇ ਭੈਣ ਭਰਾਵਾਂ ਨੂੰ ਅੱਜ ਵੀ ਆਪਾਂ ਵਾਰਡ 9 ਤੇ 10 ਦੇ ਵਿੱਚੋਂ ਬਰੈਂਪਟਨ ਦੇ ਵਿੱਚ ਸਕੂਲ ਟਰਸਟੀ ਕੈਂਡੀਡੇਟ ਆਪਾਂ ਮੈਂ ਸਤਪਾਲ ਸਿੰਘ ਜੌਲ ਹਾਂ ਵੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਜੌਲ ਸਾਹਿਬ, ਮੈਨੂੰ ਤੁਹਾਡਾ ਸਵਾਲ ਮੇਰਾ ਇਹ ਹੈ ਵੀ ਕਿਉਂ ਦੁਬਾਰਾ ਕਾਮਯਾਬ ਹੋ ਜਾ। ਹੁਣ ਤੁਸੀਂ ਵਾਰਡ ਨੰਬਰ 5 ਅਤੇ 21 ਲੈ ਲਓ ਕਿ ਮੇਰੇ ਖਿਆਲ 'ਚ ਤੀਜੀ ਦਫਾ ਆ ਰਹੇ ਹੈਗੇ ਤੇ ਕੰਮ ਇਹਨਾਂ ਨੇ ਢਿੱਲੇ ਦਾ ਨਹੀਂ ਕੀਤਾ। ਇੱਥੇ ਸ਼ੈੱਡ ਬਣਾਇਆ, ਬੜੀ ਮਿਹਨਤ ਕੀਤੀ ਮੈਂ, ਕੋਈ ਮੇਰਾ ਪੈਸਾ ਨਹੀਂ ਲੱਗਾ ਸ਼ੈੱਡ ਤੇ, ਭੱਜ ਨੱਠ ਕੀਤੀ। ਪੈਟਰ ਬਰਾਉਨ ਕੋਲੋਂ ਵੀ ਇੱਥੇ ਆਏ ਆਪਣੇ ਕੈਨੇਡਾ ਡੇ ਤੇ, ਥੋੜੀ ਜਿਹੀ ਅੰਗਰੇਜ਼ੀ ਮੈਨੂੰ ਘੱਟ ਆਉਂਦੀ ਹੈ, ਅੰਗਰੇਜ਼ੀ ਦੇ ਮਾਰ ਨੂੰ ਖੜਾ ਕੀਤਾ, ਕੁਛ ਨਹੀਂ ਹੋਇਆ। ਉਹ ਪੁਰਾਣਾ ਤੋੜਤਾ ਤੇ ਨਵਾਂ 18 ਬਾਈ 35 ਫੁੱਟ ਦਾ ਬਣਾ ਦਿੱਤਾ ਹੈਗਾ। ਆਹ ਹੁਣ ਵੋਟਾਂ ਮੰਗਣ ਫੇਰ ਆ ਜਾਣਗੇ, ਜਿੱਤੇ ਤਾਂ ਜਾਂਦੇ ਆ, 4.5 4-5 ਖੜੇ ਹੋ ਜਾਂਦੇ ਆ ਤੇ ਫਿਰ ਭਾਈ ਹਾਰਨਾ ਹੀ ਹੈ। ਹੁਣ ਜਦੋਂ ਮੈਂ ਜਾਂਦਾ ਇੱਥੇ ਆਪਣੇ ਇਹਦੇ ਪਾਰਕ ਦੇ ਵਿੱਚ ਕੋਈ ਨਹੀਂ ਸੁਣਦਾ ਤੇ ਲੱਤਾਂ ਖਿੱਚਣ ਨੂੰ
ਸਾਰਿਆਂ ਨੂੰ ਤੇਜ਼ ਰਹਿੰਦੇ ਹਾਂ ਅਸੀਂ। ਮੈਨੂੰ ਦੱਸੋ ਵੀ ਕੀ ਮੈਂ ਇਹ ਕੋਈ ਗਲਤ ਕਹਿ ਰਿਹਾ? ਪਿਛਲੀ ਦਫਾ ਵੀ ਬੜੀਆਂ ਮਿਹਨਤਾਂ ਕੀਤੀਆਂ, ਮੈਂ ਕਈਆਂ ਨੂੰ ਘਰ ਬੀਬੀਆਂ ਨੂੰ ਵੀ ਕਿਹਾ ਆਓ ਭਾਈ ਖੜੇ ਹੋ, ਅਸੀਂ 4 ਪੈਸੇ ਵੀ ਲਾ ਦਿਆਂਗੇ। ਲੇਕਿਨ ਕੋਈ ਨਹੀਂ ਸੁਣਦਾ। ਇੱਕ ਸਾਡੀ ਵੋਟ ਘੱਟ ਹੈਗੀ ਹੈ, ਦੂਜਾ ਅਸੀਂ ਪਾਉਣ ਨਹੀਂ ਜਾਂਦੇ। ਬਾਕੀ ਹੁਣ ਤੁਸੀਂ ਦੱਸ ਦਿਓ। ਜੀ ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਕੈਪਟਨ ਇਕਬਾਲ ਸਿੰਘ ਜੀ, ਵਿਰਕ ਬੜੇ ਐਕਟਿਵ ਨੇ ਜੀ। ਇਸ ਏਜ ਦੇ ਵਿੱਚ ਵੀ ਇਹਨਾਂ ਨੇ ਇੰਡੀਆ ਦੇ ਵਿੱਚ ਵੀ ਸਰਵ ਕੀਤਾ, ਫੌਜਾਂ ਨੂੰ ਦੇਸ਼ ਦੀ ਰੱਖਿਆ ਕੀਤੀ, ਇੱਥੇ ਆ ਕੇ ਵੀ ਕਾਫੀ ਕੰਮ ਕਰ ਰਹੇ ਨੇ। ਇਹਦੇ ਨਾਲ ਜਿਹੜਾ ਅਰਸ਼ ਇਹਨਾਂ ਦਾ ਕੰਸਰਨ ਆ ਨਾ ਕਿ ਜੇ ਹੁਣ ਆਪਾਂ ਹੋਈਏ ਨਾ ਲੀਬੀਆ ਚ, ਜੇ ਪਾਕਿਸਤਾਨ ਦੇ ਵਿੱਚ ਫੇਰ ਤੇ ਸਮਝ ਆਉਂਦੀ ਆ ਵੀ ਉੱਥੇ ਪੁੱਛ ਦੱਸ ਕੋਈ ਨਹੀਂ ਹੈ ਨਾ, ਵੀ ਜੋ ਕੁਛ ਹੋਈ ਜਾਂਦਾ ਉਹ ਜਰਨਾ ਹੀ ਪੈਣਾ, ਗੱਲਾਂ ਹੀ ਕਰਨੀਆਂ ਤਾਂ ਹੀ ਪੈਣਾ, ਤੇ ਕਰ ਨਹੀਂ ਸਕਦੇ, ਬਦਲਾ ਨਹੀਂ ਲਿਆ ਸਕਦੇ ਜੀ। ਹੁਣ ਡੈਮੋਕ੍ਰੇਸੀ ਦੇ ਵਿੱਚ ਬਿਊਟੀ ਇਹ ਹੈ ਕਿ ਤਾਕਤ ਆ ਉਹ ਤੇ ਲੋਕਾਂ ਦੇ ਹੱਥ ਵੱਸ ਆ। 4 ਸਾਲ ਇਹ ਠੀਕ ਆ, ਉਹਨਾਂ ਦਾ ਕੋਈ ਵੱਸ ਨਾ ਚੱਲੇ ਵੀ ਉੱਥੇ ਜਾ ਕੇ ਉਹ ਮਰਜ਼ੀਆਂ ਮਨ ਮਰਜ਼ੀਆਂ ਕਰਨ ਲੱਗ ਗਏ, ਜਿਨ੍ਹਾਂ ਨੇ ਕਿਹਾ ਸੀਗਾ ਅਸੀਂ ਤੁਹਾਡੇ ਵਿੱਚੋਂ ਆ, ਸਾਨੂੰ ਬੜੀ ਸਮਝ ਆ ਤੁਹਾਡੇ ਮੁੱਦਿਆਂ ਦੀ, ਉੱਥੇ ਕਮਾਲਾਂ ਕਰਾਂਗੇ। ਪਰ ਜੇ ਭਾਈ ਉਹ ਨਹੀਂ ਕਮਾਲਾਂ ਕਰ ਪਾ ਰਹੇ, ਨਹੀਂ ਕੁਛ ਹੋ ਰਿਹਾ, ਤੇ ਫਿਰ 4 ਸਾਲ ਤੇ ਐਂ ਚੁਟਕੀ ਦੇ ਫੋਰ 'ਚ ਜਾਂਦੇ ਆ। ਰਾਈਟ। ਤੇ ਤੁਸੀਂ ਤਬਦੀਲੀ ਕਰ ਲਓ, ਤੇ ਜੇ 4 ਸਾਲ ਬਾਅਦ ਤਬਦੀਲੀ ਵੀ ਨਹੀਂ ਕਰਦੇ ਤੇ ਆਪਣਾ ਫਿਰ ਰਾਗ ਵੀ ਜਾਣੀ 4 ਸਾਲਾਂ ਬਾਅਦ ਉਹੀ ਆ। ਤੇ ਫਿਰ ਤੇ ਕਹਿਣ ਦਾ ਮਤਲਬ ਮੈਜੋਰਟੀ ਲੋਕਾਂ ਨੇ ਹੁਣ ਡੈਮੋਕ੍ਰੇਸੀ ਦੇ ਵਿੱਚ ਵੋਟ ਪਰਚੀ ਤੇ ਜਿਹੜੇ ਲੋਕ ਵੋਟ ਪਾਉਣ ਜਾਣਗੇ ਉਹ ਡਿਸਾਈਡ ਕਰਨਗੇ, ਤੇ ਜਿੰਨੇ ਉਹ ਵੋਟ ਪਾਉਣ ਗਏ ਆ ਉਹਨਾਂ ਦੇ ਵਿੱਚ ਮੈਜੋਰਟੀ ਨੇ ਜੋ ਫੈਸਲਾ ਕਰ ਦਿੱਤਾ ਉਹ ਬਾਕੀ ਸਾਰਿਆਂ ਨੂੰ ਕਬੂਲ ਆ। ਤੇ ਜਿਹੜੇ ਨਹੀਂ ਵੋਟਾਂ ਪਾਉਣ ਗਏ, ਇਹਦਾ ਮਤਲਬ ਵੀ ਜਿਹੜੇ ਵੋਟਾਂ ਪਾ ਰਹੇ ਆ ਲੋਕ ਥੋੜੇ ਬਹੁਤੇ, ਉਹ ਜੋ ਫੈਸਲਾ ਕਰ ਦੇਣਗੇ ਸਾਨੂੰ ਉਹ ਸਿਰ ਮੱਥੇ ਤੇ ਕਬੂਲ ਆ। ਤੇ ਜੇ ਚੇਂਜ ਉਹ ਚਾਹੁੰਦੇ ਆ ਤੇ ਜਾ ਕੇ ਉੱਥੇ ਵੋਟ ਪਾਏ ਹੁਣ 7 ਦਿਨ। ਇਸ ਵਾਰ ਫਿਰ ਤਾਂ ਐਡਵਾਂਸ ਪੋਲਿੰਗ ਦਾ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਹੋਏਗਾ 5 ਦਿਨ, ਉਹ ਹੋਣਗੇ 6ਵਾਂ ਦਿਨ ਇਲੈਕਸ਼ਨ ਦਾ, ਕਹਿ ਲਓ ਵੀ ਜਿਹੜਾ ਉਹ ਫਾਈਨਲ ਡੇ ਹੋਏਗਾ। ਜਿਸ ਤਰ੍ਹਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ 11 ਦਿਨ ਲੰਘ ਕੇ 10 ਦਿਨ ਐਡਵਾਂਸ ਪੋਲ ਦੇ ਸੀਗੇ, 1 ਦਿਨ ਜਿਹੜਾ ਜੀ ਪੀ ਉਹ ਇਲੈਕਸ਼ਨ ਡੇ ਸੀਗਾ। ਏਦਾਂ ਹੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ 24 ਅਕਤੂਬਰ ਨੂੰ ਤਾਂ ਫਾਈਨਲ ਇਲੈਕਸ਼ਨ ਡੇ ਹੈ, ਉਹ ਤੋਂ ਪਹਿਲਾਂ 7 ਅਕਤੂਬਰ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ। 7 ਨੂੰ, 8 ਨੂੰ, 9 ਨੂੰ, 14, 15 ਨੂੰ ਫੇਰ ਐਡਵਾਂਸ ਪੋਲਿੰਗ ਹੋਣੀ ਆ। ਤੇ ਜੇ ਹੁਣ ਵੋਟ ਦੇਖੋ ਘਰੋਂ ਫੜ ਕੇ ਤਾਂ ਕਿਸੇ ਨੇ ਕਿਸੇ ਨੂੰ ਨਹੀਂ ਲਿਜਾਣਾ। ਇਹ ਤੇ ਹੁਣ ਹਰ ਰੈਜ਼ੀਡੈਂਟ ਨੂੰ ਜੇ ਲੱਗ ਰਿਹਾ ਵੀ ਮੇਰੇ ਵਾਰਡ ਦੇ ਵਿੱਚ ਕੁਛ ਨਹੀਂ ਹੋ ਰਿਹਾ, ਕੋਈ ਚੇਂਜ ਨਹੀਂ ਆ ਰਹੀ, ਸਾਰਾ ਕੁਝ ਧਰਿਆ ਹੀ ਆ। ਤੇ ਜਿਹੜਾ ਰੈਜ਼ੀਡੈਂਟ ਆ ਉਹ 2 ਚੀਜ਼ਾਂ ਕਰ ਸਕਦਾ, ਉਹ ਕੈਂਡੀਡੇਟ ਵੀ ਬਣ ਸਕਦਾ ਤੇ ਉਹ ਵੋਟਰ ਤੇ ਫਿਰ ਹੈਗਾ ਹੀ ਹੈ ਜੀ। ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਇਹ ਚੇਂਜਸ ਜਿਹੜੀਆਂ ਲਿਆਂਦੀਆਂ ਜਾ ਸਕਦੀਆਂ, ਤਾਂ ਕਿ ਇਹ ਜਿਹੜੀ ਆ ਕੁੜ ਸਿਟੀ ਹਾਲ ਦੇ ਵਿੱਚ ਚੱਲਦੀ ਰਹਿੰਦੀ ਆ ਤੇ ਵੋਟਰਾਂ ਦੀ ਵੀ 4 ਸਾਲ ਚੱਲਦੀ ਰਹਿੰਦੀ ਹੈ, ਇਹਨੂੰ ਖਤਮ ਕਰਨਾ। ਤੇ ਪੰਜਾਬ ਦੇ ਲੋਕਾਂ ਦੀ ਸਿਆਣਪ ਦੇਖੋ, ਅਸੀਂ ਪ੍ਰਸ਼ੰਸਾ ਕਿਸੇ ਪਾਰਟੀ ਦੀ ਨਹੀਂ ਕਰਦੇ, ਪਰ 70 ਸਾਲਾਂ ਬਾਅਦ ਫਿਰ ਲੋਕਾਂ ਨੇ ਅੱਕ ਕੇ ਲੋਕਾਂ ਨੇ ਤਬਦੀਲੀ ਲਿਆਂਦੀ ਨਾ। ਉਹ ਜਿਹੜੇ ਤੁਰੇ ਆਉਂਦੇ ਸੀਗੇ 70 ਸਾਲਾਂ ਤੋਂ, ਉਹ ਤੇ ਅਜੇ ਵੀ ਚੁੰਬੜੇ ਹੋਏ ਕਹਿੰਦੇ ਸਾਨੂੰ ਬਸ ਚੁਣੀ ਤੁਰੇ ਚੱਲੋ, ਹਨਾ, ਬਹਾਨੇ ਬਣਾ ਕੇ। ਸੋ ਇਸ ਕਰਕੇ ਜੇ ਤੁਸੀਂ ਚੇਂਜ ਉਹਨਾਂ ਦੇ ਕਸੂਰ ਕੱਢ ਕੇ ਹੁਣ ਅੱਕ ਥੱਕ ਨਹੀਂ ਗਏ ਜੇ ਪੰਜਾਬ ਦੇ ਲੋਕਾਂ ਦੇ, ਹੁਣ ਆਪਣੇ ਕੱਢ ਲਈਏ। ਦੇਖਦੇ ਆ ਤੁਸੀਂ ਕੀ ਕਰਦੇ ਹੋ 24 ਅਕਤੂਬਰ ਨੂੰ, ਦੇਖ ਲੈਂਦੇ ਆ ਨਾ ਵੀ ਤਬਦੀਲੀ ਤੁਸੀਂ ਲਿਆਉਂਦੇ ਹੋ ਕਿ ਨਹੀਂ, ਵੀ ਇਹ ਜਿਹੜੀ ਸੁਲਗਦੀ ਹੋਈ ਅੱਗ ਆ ਸਿਟੀ ਹਾਲ ਦੇ ਵਿੱਚ ਤੁਸੀਂ ਬੁਝਾ ਪਾਉਂਦੇ ਹੋ ਕਿ ਨਹੀਂ, ਇਹ ਬਰੈਂਪਟਨ ਦੇ ਰੈਜ਼ੀਡੈਂਟ ਆਪ ਦੇਖਣਗੇ ਜੀ। 905 813 1320 ਅਗਲੀ ਖਬਰ ਵੱਲ ਵੱਧਦੇ ਹਾਂ ਜੀ, ਫਿਰ ਆਪਾਂ ਉਸ ਤੋਂ ਬਾਅਦ ਵਾਈਂਡ ਅਪ ਕਰਦੇ ਹਾਂ। ਜੌਲ ਸਾਹਿਬ, ਅਨਵੈਕਸੀਨੇਟਿਡ ਜਿਹੜੇ ਲੋਕ ਨੇ, ਕਾਫੀ ਵੱਡੀ ਖਬਰ ਹੈ ਜੀ, ਅਨਵੈਕਸੀਨੇਟਿਡ ਜਿਹੜੇ ਲੋਕ ਕੈਨੇਡਾ ਦੇ ਵਿੱਚ ਜਿਹੜੇ ਆਉਣਾ ਚਾਹੁੰਦੇ ਨੇ ਡੋਮੈਸਟਿਕਲੀ ਜਾਂ ਇੰਟਰਨੈਸ਼ਨਲੀ ਅੱਜ ਅਲਾਉਡ ਹੈ ਜੀ, ਪਰੰਤੂ ਜਿਹੜੇ ਮਾਸਕਸ ਨੇ ਜੀ, ਜਿਹੜੇ ਮਾਸਕ ਸਟਿਲ ਮੈਂਡੇਟੋਰੀ ਫਲਾਈਟਾਂ ਦੇ ਉੱਤੇ। ਸੋ ਇਹ ਕਾਫੀ ਵੱਡੀ ਖਬਰ ਹੈ ਜੀ। ਯੈਸ ਸਰ, ਵੈਸੇ ਬਹੁਤ ਸਾਰੀਆਂ 에ਅਰਲਾਈਨਸ ਥੋੜਾ ਇਹਨੂੰ ਹੁਣ ਰਿਲੈਕਸ ਲੈ ਰਹੀਆਂ ਤੇ ਮਾਸਕ ਮੈਂਡੇਟੋਰੀ ਭਾਵੇਂ ਹੈਗਾ, ਪਰ ਬਹੁਤ ਸਾਰੇ ਪੈਸੇਂਜਰ ਜਦੋਂ ਫਲਾਈਟ ਕਰਕੇ ਆਉਂਦੇ ਫਿਰ ਉਹ ਦੱਸਦੇ ਨੇ ਜੀ ਪੁੱਛਿਆ ਕਿਸੇ ਨੇ। ਹਾਂ ਬਿਲਕੁਲ ਕਹਿੰਦੇ ਆਮ ਹੀ ਸੀਗਾ ਮਾਹੌਲ। ਚਲੋ ਜੀ ਵੀ ਇਹ ਵੀ ਫਰੀਡਮ ਜਿਹੜੀ ਆ ਦੁਬਾਰਾ ਮਿਲੀ ਆ, ਕੋਵਿਡ ਦੀਆਂ ਬੜੀਆਂ ਪਾਬੰਦੀਆਂ ਸੀਗੀਆਂ ਤੇ ਉਹਦੇ ਤੋਂ ਬਾਅਦ ਸਭ ਨੂੰ ਇਹ ਮੁਬਾਰਕ ਹੋਵੇ। ਦੂਸਰਾ ਇਹ ਆ ਜੀ ਵੀ ਅਨਵੈਕਸੀਨੇਟਡ ਲੋਕ ਇੰਨਾ ਕੁ ਖਿਆਲ ਰੱਖਣ ਵੀ ਅੱਜ ਤੋਂ ਡੋਮੈਸਟਿਕ ਤੇ ਇੰਟਰਨੈਸ਼ਨਲੀ ਕੈਨੇਡਾ ਦੇ ਵਿੱਚੋਂ ਟਰੈਵਲ ਤਾਂ ਕੀਤਾ ਜਾ ਸਕਦਾ, ਜਿਹੜੇ ਦੇਸ਼ ਦੇ ਵਿੱਚ ਜਾਣਾ ਉੱਥੋਂ ਦੀਆਂ ਕੋਵਿਡ ਰਿਸਟ੍ਰਿਕਸ਼ਨ ਆ ਜਿਹੜੀਆਂ ਜ਼ਰੂਰ ਚੈੱਕ ਕਰ ਲੈਣੀਆਂ। ਜਿਵੇਂ ਕਿ ਆਪਾਂ ਦੱਸਿਆ ਸੀ, ਜਿਨ੍ਹਾਂ ਨੇ ਇੰਡੀਆ ਜਾਣਾ ਇੱਥੋਂ ਕੈਨੇਡਾ ਤੋਂ ਜਾਂ ਕਿਤੋਂ ਵੀ ਵੈਸੇ ਜਾਣਾ ਹੋਵੇ ਤੇ ਇੰਡੀਆ ਨੂੰ ਜਿਹੜਾ ਜੀ ਜਿਹੜੇ ਅਨਵੈਕਸੀਨੇਟਡ ਲੋਕ ਨੇ, ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਕੋਵਿਡ ਤੋਂ ਬਚਾਓ ਦੇ ਜੀ, ਉਹਨਾਂ ਦੇ ਵਾਸਤੇ ਉਹਨਾਂ ਨੇ PCR ਟੈਸਟ ਆ ਜਿਹੜਾ ਜੀ ਇਹ ਮੈਂਡੇਟੋਰੀ ਕੀਤਾ ਹੋਇਆ ਕੋਵਿਡ ਦਾ ਜੀ, ਤੇ ਉਹ ਕਰਾਉਣਾ ਹੈਗਾ ਫਲਾਈਟ ਦੇ ਵਿੱਚ, ਚਲੋ 72 ਘੰਟਿਆਂ ਦੇ ਵਿੱਚ ਬੈਠਣ ਤੋਂ ਪਹਿਲਾਂ। ਸੋ ਉਸ ਲਿਹਾਜ਼ ਨਾਲ ਜਿਹੜੇ ਲੋਕ ਇੰਡੀਆ ਜਾਣਾ ਚਾਹੁੰਦੇ ਬਿਨਾਂ ਟੀਕਿਆਂ ਤੋਂ, ਉਹਨਾਂ ਨੂੰ ਫਿਰ ਇਹ PCR ਟੈਸਟ ਜ਼ਰੂਰੀ ਹੈ। ਜਿਹੜੇ ਵੈਕਸੀਨੇਟ ਹੋਏ ਆ ਉਹਨਾਂ ਦਾ ਵੈਕਸੀਨੇਸ਼ਨ ਪ੍ਰੂਫ ਚਾਹੀਦਾ, ਤੇ ਬਾਕੀ ਅਦਰਵਾਈਜ਼ ਜਿਹੜਾ ਜੀ ਹੁਣ
ਟਰੈਵਲ ਰਿਸਟ੍ਰਿਕਸ਼ਨਸ ਘਟਣ ਤੋਂ ਬਾਅਦ ਇਹ ਆਸ ਕੀਤੀ ਜਾਂਦੀ ਆ ਵੀ 에ਅਰਪੋਰਟ ਤੋਂ ਵੀ ਜਿਹੜਾ ਅੰਨ੍ਹੇਵਾਹ ਇੰਨਾ ਰਸ਼ ਪੈਂਦਾ, ਲਾਈਨਾਂ ਲੱਗਦੀਆਂ, ਵੇਟ ਕਰਨਾ ਪੈਂਦਾ, ਕਈ ਲੋਕਾਂ ਦੀਆਂ ਫਲਾਈਟਸ ਮਿਸ ਹੋ ਜਾਂਦੀਆਂ, ਤੇ ਉਸ ਸਮੱਸਿਆ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਜੀ ਹੁਣ ਕੁਝ ਰਾਹਤ ਮਿਲੇਗੀ। ਜੌਹਰ ਸਾਹਿਬ, ਇਸ ਹਫਤੇ ਕਾਫੀ ਕੁਝ ਵਾਪਰਿਆ ਜੀ। ਜੇ ਦੇਖਿਆ ਜਾਵੇ ਤਾਂ ਟੋਟਲ ਆਫ 7 ਜਿਹੜੇ ਲੋਕ ਨੇ ਮਰਡਰ ਹੋਏ ਜੀ 72 ਆਵਰਸ ਦੇ ਵਿੱਚ। ਦਰਜਨ ਤਾਂ ਟੋਰਾਂਟੋ ਦੇ ਵਿੱਚ ਇੰਜਰਡ ਹੋਏ ਜੀ। ਮਿਸਿਸਾਗਾ, ਬਰੈਂਪਟਨ 3 ਲੋਕ ਇੰਕਲੂਡਿੰਗ ਇੱਕ ਔਰਤ ਬਰੈਂਪਟਨ ਦੇ ਵਿੱਚ ਮੌਤ ਹੋਈ ਜੀ। ਐਂਡ ਬਹੁਤ ਕੁਝ ਵਾਪਰਿਆ ਜੀ ਇਸ ਵੀਕ, ਸਪੈਸ਼ਲੀ ਜੋ ਬ੍ਰੈਮਲੀ ਦੇ ਉੱਤੇ ਜੋ ਹੋਇਆ ਜੀ, ਕਾਫੀ ਵੱਡਾ ਹਾਦਸਾ ਹੋਇਆ ਉੱਥੇ ਵੀ ਜੀ। ਕਾਫੀ ਜੋ ਕਿਲਿੰਗਸ ਬਹੁਤ ਹੋ ਰਹੀਆਂ ਨੇ ਜੀ ਇੱਥੇ। ਹਰਸ਼, ਇਹ ਵੀ ਕੋਈ ਹੁਣ ਕਿਸੇ ਜੰਗ ਦੀ ਰਿਪੋਰਟ ਹੀ ਲੱਗਦੀ ਵੈਸੇ। I know ਹੁਣ ਕੈਨੇਡਾ ਅਮਰੀਕਾ ਦੀ ਬਾਰਡਰ ਤੇ ਸ਼ਾਂਤੀ ਹੈ, ਅਮਰੀਕਾ ਮੈਕਸੀਕੋ ਬਾਰਡਰ ਤੇ ਵੀ ਸ਼ਾਂਤੀ ਹੈ, ਪਰ ਇੱਥੇ ਸਾਡੇ ਹੁਣ ਤੁਸੀਂ ਦੇਖੋ ਵੀ ਮਿਸਿਸਾਗਾ, ਸਾਡੇ ਇੱਥੇ ਦੇਖੋ ਜੀ ਬਰੈਂਪਟਨ, ਸਾਡੇ ਇੱਥੇ ਦੇਖੋ ਜੀ ਟੋਰਾਂਟੋ। ਇਹ ਵੀਕਐਂਡ, ਲੌਂਗ ਵੀਕਐਂਡ, ਹਜੇ ਖੁਸ਼ੀਆਂ ਦਾ ਵੀਕਐਂਡ ਸੀਗਾ ਜੀ, ਵੀ ਫਾਦਰ ਡੇ ਹੈ, ਉਹਦੇ ਬਾਵਜੂਦ 7 ਕਤਲ, 14 ਤੋਂ ਜ਼ਿਆਦਾ ਜ਼ਖਮੀ। 14 7 ਕਤਲ, ਉਹਦੇ ਵਿੱਚ 3 ਕਤਲ ਬਰੈਂਪਟਨ ਦੇ ਵਿੱਚ। ਇੱਕ ਬੀਬੀ ਦਾ ਕਤਲ ਕਰਕੇ ਭੱਜ ਗਿਆ ਸੀ ਬਰੈਮਲੀ ਦੇ ਵਿੱਚ, ਉਹ ਤਾਂ ਚਲੋ ਕਾਬੂ ਆ ਗਿਆ। ਹਾਂਜੀ, ਤੇ ਉਹ ਇੱਕੋ ਇੱਕ ਹੀ ਆ ਜਿੰਨੀਆਂ ਵੀ ਇਹ ਸ਼ੂਟਿੰਗ ਹੋਈਆਂ ਵੀ ਜਿਹੜਾ ਕਾਬੂ ਆਇਆ, ਬਾਕੀ ਸਾਰੇ ਹੀ ਹਜੇ ਫਰਾਰ ਹੈ। ਆ ਬਰੈਂਪਟਨ ਦੇ ਵਿੱਚ 2 ਕਤਲ ਹੋਏ ਹੈ, ਹੈਨਾ। ਕੁਈਨ 에ਅਰਪੋਰਟ ਏਰੀਆ ਦੇ ਵਿੱਚ ਉਹ ਚੱਲ ਰਹੀ ਸੀ ਬੈਂਕਟ ਹਾਲ ਦੇ ਵਿੱਚ ਪਾਰਟੀ। ਜੀ ਜੀ ਬਿਲਕੁਲ। ਹਾਂਜੀ, ਇਨਫੋਰਮੇਸ਼ਨ ਇਹ ਮਿਲੀ ਸੀ ਕਿ ਉਹਨਾਂ ਨੂੰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਜਿਹੜਾ ਡਰੈਸ ਕੋਡ ਨਾ ਹੋਣ ਕਰਕੇ ਅਰਸ਼ ਉਹ ਅੰਦਰ ਨਾ ਜਾ ਸਕੇ। ਉਸ ਤੋਂ ਬਾਅਦ ਜਿਹੜੀ ਉਹ ਪਾਰਕਿੰਗ ਲੋਟ ਦੇ ਵਿੱਚ ਗੋਲੀ ਚੱਲੀ। ਓ ਨੋ। 2 ਜਿਹੜੇ ਆ ਜੀ ਪੀ ਉਹਦੇ ਵਿੱਚ ਮੌਤਾਂ ਹੋਈਆਂ ਨੇ। ਬਰੈਂਪਟਨ ਦੇ ਵਿੱਚ 3 ਕਤਲ ਵੀਕਐਂਡ ਦੇ ਦੌਰਾਨ ਹੋਏ ਆ। ਮਿਸਿਸਾਗਾ ਦੇ ਵਿੱਚ 1 ਹੋਇਆ, ਤੇ ਤੁਸੀਂ ਦੇਖ ਲਓ ਵੀ ਆ ਟੋਰਾਂਟੋ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਹੀ ਫਾਦਰਸ ਡੇ ਦੇ ਮੌਕੇ ਤੇ ਇੱਕ ਐਡੀਸ਼ਨਲ ਮਰਡਰ ਹੋਇਆ, ਉਹਦੇ ਵਿੱਚ 7 ਲੋਕ ਜ਼ਖਮੀ ਹੋਏ ਆ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਜਿਹੜਾ ਵੀਕਐਂਡ ਆ ਬੜਾ ਡੈਡਲੀ ਹੋ ਨਿਬੜਿਆ। ਟੋਰਾਂਟੋ ਦੇ ਮੇਅਰ ਨੇ ਵੀ ਇਹ ਤੇ ਚਿੰਤਾ ਦਾ ਪ੍ਰਗਟਾਵਾ ਜਿਹੜਾ ਜੀ ਵੀ ਕੀਤਾ ਹੈ, ਪਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਹੁਣ ਹਾਲ ਦੀ ਘੜੀ ਲੱਗਦਾ ਵੀ ਬਚਾਓ ਦੇ ਵਿੱਚ ਹੀ ਬਚਾਓ ਹੈ। ਪੁਲਿਸਾਂ ਤੇ ਬਾਅਦ ਦੇ ਵਿੱਚ ਆ ਕੇ ਲਾਸ਼ ਦੀ ਸਾਂਭ ਸੰਭਾਲੀ ਕਰ ਸਕਦੀਆਂ। ਸੋ ਹਾਲ ਦੀ ਘੜੀ ਤੁਸੀਂ ਦੇਖ ਰਹੇ ਹੋ ਵੀ ਜਿੰਨੇ ਵੀ ਇਨਸੀਡੈਂਟ ਵਾਪਰੇ ਆ, ਇਹ ਸ਼ੂਟਿੰਗਸ ਦੇ ਇਨਸੀਡੈਂਟਸ ਦੇ ਵਿੱਚ ਕੋਈ ਵੀ ਸਸਪੈਕਟ ਜਿਹੜਾ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਵੀਕਐਂਡ ਦੇ ਦੌਰਾਨ ਜੋ ਕੁਝ ਵੀ ਹੋਇਆ ਖੂਨੋ ਖਰਾਬੀ। ਇਸ ਕਰਕੇ ਬਹੁਤ ਸਾਵਧਾਨ ਰਹਿਣ ਦੀ ਹੋਵੇਗੀ ਲੋੜ ਜੀ। ਜੌਹਰ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।